ਅੱਜ ਤੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਵਿਰੋਧੀ ਧਿਰ ਨੇ ਸੂਬਾ ਸਰਕਾਰ ਨੂੰ ਕਈ ਮੁੱਦਿਆਂ ਤੇ ਘੇਰਨ ਦੀ ਰਣਨੀਤੀ ਬਣਾਈ ਹੈ ਤਾਂ ਉੱਥੇ ਹੀ ਸਰਕਾਰ ਦੇ ਸਾਹਮਣੇ ਇਸ ਰਣਨੀਤੀ ਨੂੰ ਪਾਰ ਪਾਉਣਾ ਇੱਕ ਵੱਡੀ ਚੁਣੌਤੀ ਹੈ। ਭ੍ਰਸ਼ਟਾਚਾਰ ਤੋਂ ਲੈ ਕੇ ਸੂਬੇ ਦੀਆਂ ਸੜਕਾਂ ਦੇ ਹਾਲਾਤ, ਨਾਜਾਇਜ਼ ਖੁਦਾਈ ਤੋਂ ਲੈ ਕੇ ਮੀਂਹ ਨਾਲ ਹੋਏ ਨੁਕਸਾਨ ਦੇ ਮੁੱਦੇ ਤੇ ਵਿਰੋਧੀ ਧਿਰ ਸਰਕਾਰ ਨੂੰ ਘੇਰੇਗਾ। ਅੱਜ ਤੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਹੋ ਰਹੀ ਹੈ। 27 ਅਗਸਤ ਤੱਕ ਚੱਲਣ ਵਾਲੇ ਇਸ ਸੈਸ਼ਨ ਵਿੱਚ ਕੁੱਲ 5 ਬੈਠਕਾਂ ਹੋਣਗੀਆਂ। ਸਰਕਾਰ ਨੇ ਇਸ ਸੈਸ਼ਨ ਨੂੰ ਸ਼ਾਂਤੀ ਦੇ ਨਾਲ ਚਲਾਉਣ ਤੇ ਕਈ ਬਿੱਲ ਪਾਸ ਕਰਵਾਉਣ ਦੀ ਤਿਆਰੀ ਕਰ ਲਈ ਹੈ। ਤਾਂ ਦੂਜੇ ਪਾਸੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਹੋਈ ਹੈ। ਵਿਧਾਨ ਸਭਾ ਸਪੀਕਰ ਬ੍ਰਿਜ ਬਿਹਾਰੀ ਲਾਲ ਗੁਟੇਲ ਨੇ ਕਾਂਗਰਸ ਤੇ ਬੀਜੇਪੀ ਨੂੰ ਅੱਜ ਦੁਪਹਿਰ 12:30 ਵਜੇ ਬੈਠਕ ਦੇ ਲਈ ਬੁਲਾਇਆ ਹੈ, ਜਿਸ ਵਿੱਚ ਦੋਨਾਂ ਧੜਿਆਂ ਨੂੰ ਸ਼ਾਂਤੀ ਦੇ ਮਾਹੌਲ ਵਿੱਚ ਸੈਸ਼ਨ ਦੀ ਕਾਰਵਾਈ ਚਲਾਉਣ ਦੇ ਲਈ ਕਿਹਾ ਜਾਵੇਗਾ। ਇਸ ਵਿਚਾਲੇ ਹਿਮਾਚਲ ਸਰਕਾਰ ਨੇ ਸਦਨ ਵਿੱਚ जीएसटी ਬਿੱਲ ਪਾਸ ਕਰਵਾਉਣ ਦੇ ਸੰਕੇਤ ਦਿੱਤੇ ਨੇ। विधान सभा के अंदर पेश करेंगे और उसमें पास करने की भी कोशिश होगी। ਮੌਨਸੂਨ ਸੈਸ਼ਨ ਵਿੱਚ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ LIC ਏਜੰਟ ਆਨੰਦ ਚੌਹਾਨ ਦੀ ਗ੍ਰਿਫਤਾਰੀ ਦੇ ਨਾਲ-ਨਾਲ ਕਾਨੂੰਨ ਵਿਵਸਥਾ, ਮਾਈਨਿੰਗ ਮਾਫੀਆ ਤੇ ਮੀਂਹ ਨਾਲ ਹੋਏ ਨੁਕਸਾਨ ਵਰਗੇ ਮੁੱਦੇ ਗੂੰਜਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਆਪੋਜੀਸ਼ਨ ਪ੍ਰਦੇਸ਼ ਦੀਆਂ ਬਦਹਾਲ ਸੜਕਾਂ ਤੇ ਕਈ ਮਹਿਕਮਿਆਂ ਵਿੱਚ ਖਾਲੀ ਪਈਆਂ ਪੋਸਟਾਂ ਦਾ ਮਾਮਲਾ ਚੁੱਕ ਸਕਦਾ ਹੈ। ਹਾਲਾਂਕਿ ਕੈਬਨਿਟ ਮੰਤਰੀ ठाकुर सिंह भरमौरी ਦਾ ਕਹਿਣਾ ਹੈ ਕਿ ਆਪੋਜੀਸ਼ਨ ਦੇ ਹੱਥ ਖਾਲੀ ਨੇ। उस हमले को कौन मानता है? काय का हमला होना? उन्होंने क्या करके दिखा दिया हिंदुस्तान में जो बड़ा भारी हमले करने जा रहे हैं? क्या होना? उनके पास है ही नहीं, पल्ले कुछ है ही नहीं करने को। ਹਿਮਾਚਲ ਪ੍ਰਦੇਸ਼ ਦਾ ਮੌਨਸੂਨ ਸੈਸ਼ਨ ਹੰਗਾਮੇਦਾਰ ਹੋਵੇਗਾ। ਆਪੋਜੀਸ਼ਨ ਨੇ ਵੀਰਭੱਦਰ ਸਰਕਾਰ ਨੂੰ ਕਈ ਮੁੱਦਿਆਂ ਤੇ ਘੇਰਨ ਦੀ ਰਣਨੀਤੀ ਬਣਾਈ ਹੋਈ ਹੈ। ਅਜਿਹੇ ਵਿੱਚ ਵੇਖਣਾ ਹੋਏਗਾ ਕਿ ਆਪੋਜੀਸ਼ਨ ਦੇ ਇਲਜ਼ਾਮਾਂ ਤੇ ਉਹਨਾਂ ਦੀ ਹੰਗਾਮੇਦਾਰ ਰਣਨੀਤੀ ਦਾ ਸਰਕਾਰ ਕੀ ਜਵਾਬ ਦਿੰਦੀ ਹੈ। ਬਿਊਰੋ ਰਿਪੋਰਟ ਜ਼ੀ ਮੀਡੀਆ। ਹਰਿਆਣਾ ਦੇ ਰਿਟਾਇਰਡ ਪੁਲਿਸ ਅਫਸਰ ਤੇ ਮੁਲਾਜ਼ਮ ਮਹਾਸੰਮੇਲਨ ਵਿੱਚ ਹਰਿਆਣਾ ਦੇ DGP KP ਸਿੰਘ ਨੇ ਰਿਟਾਇਰਡ ਮੁਲਾਜ਼ਮਾਂ ਦੀ ਰੱਜ ਕੇ ਤਾਰੀਫ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਕੋਲ ਤਜਰਬੇ ਦਾ ਇੱਕ ਵਡਮੁੱਲਾ ਖਜ਼ਾਨਾ ਹੈ ਜਿਸ ਨੂੰ ਉਹ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰ ਦੇਣ। ਇਹ ਤਸਵੀਰਾਂ ਕਰਨਾਲ ਦੇ ਮਧੂਬਨ ਵਿੱਚ ਕਰਾਏ ਗਏ ਪਹਿਲੇ ਹਰਿਆਣਾ ਰਿਟਾਇਰਡ ਪੁਲਿਸ ਅਫਸਰ ਕਰਮਚਾਰੀ ਮਹਾਸੰਮੇਲਨ ਦੀਆਂ ਨੇ। ਇਸ ਮਹਾਸੰਮੇਲਨ ਵਿੱਚ ਹਰਿਆਣਾ ਦੇ DGP KP ਸਿੰਘ ਚੀਫ ਗੈਸਟ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਤੇ DGP ਨੇ ਰਿਟਾਇਰਡ ਪੁਲਿਸ ਅਫਸਰ ਅਤੇ ਮੁਲਾਜ਼ਮਾਂ ਦੀ ਰੱਜ ਕੇ ਤਾਰੀਫ ਕੀਤੀ। ਉਹਨਾਂ ਕਿਹਾ ਕਿ 30-32 ਸਾਲ ਦੀ ਸਰਗਰਮ ਸੇਵਾ ਤੋਂ ਬਾਅਦ ਤੁਹਾਡੇ ਕੋਲ ਸੇਵਾ ਦਾ ਵਡਮੁੱਲਾ ਖਜ਼ਾਨਾ ਹੈ। ਅਜਿਹੇ ਵਿੱਚ ਤੁਸੀਂ ਆਪਣੇ ਇਸ ਤਜਰਬੇ ਨੂੰ ਆਉਣ ਵਾਲੀ ਪੀੜ੍ਹੀ ਦੇ ਨਾਲ ਵੰਡੋ। ਨਾਲੇ ਉਹਨਾਂ ਕਿਹਾ कि साबका मुलाजमान दी मांगां सरकार मान चुकी है। देखिए, उद्देश्य यही था कि जो हमारे रिटायर्ड पुलिस कर्मचारी हैं उनके साथ में संपर्क स्थापित किया जाए और उनको बहुत बड़ा अनुभव है पुलिसिंग और लॉ और ऑर्डर को मेंटेन करने का। उनको किस तरीके से हम उनका प्रयोग कर सकते हैं, किस तरीके से वो हमारी मदद कर सकते हैं और हम किस तरीके से उनके जीवन को और सुखद बना सकते हैं, उद्देश्य इसका यही है। हमारे DGP साहब ने A लेवल की मीटिंग में मुख्यमंत्री के माध्यम से हमारी जो मांगे थी पुलिस की उनको मनवाने का काम किया है। उसके लिए हम मुख्यमंत्री महोदय का और DGP साहब का हृदय की गहराइयों से आभार व्यक्त करते हैं। DGP ਨੇ ਇਸ ਮੌਕੇ ਤੇ ਕਿਹਾ ਕਿ ਸੂਬਾ ਸਰਕਾਰ ਪੁਲਿਸ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਹਿੱਤ ਦੇ ਲਈ ਬਿਹਤਰ ਫੈਸਲੇ ਲੈ ਰਹੀ ਹੈ। ਪੁਲਿਸ ਮੁਲਾਜ਼ਮਾਂ ਨੂੰ ਹਫ਼ਤਾਵਾਰ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਜਲਦ ਹੀ ਇਹਨਾਂ ਦੀਆਂ ਮੰਗਾਂ ਤੇ ਵਿਚਾਰ ਕਰਕੇ ਕੋਈ ਫੈਸਲਾ ਲਿਆ ਜਾਵੇਗਾ। DGP ਦੇ ਮੁਤਾਬਕ 7200 ਨਵੀਆਂ ਭਰਤੀਆਂ ਹੋਈਆਂ ਨੇ ਅਤੇ ਉਹਨਾਂ ਨੂੰ ਜਲਦ ਹੀ ਸ਼ਿਫਟ ਦੇ ਹਿਸਾਬ ਨਾਲ ਡਿਊਟੀ ਦਿੱਤੀ ਜਾਵੇਗੀ। हमारे ये 7200 के करीब पुलिस के सिपाही भर्ती होकर आ रहे हैं। जैसे ही ये सिपाही हमारे भर्ती होकर आ जाएंगे, शिफ्ट में भी ड्यूटी स्वीकार करने की घोषणा CM साहब ने 17 अगस्त को की थी, उसको हम लागू करने की कोशिश करेंगे। ਮਧੂਬਨ ਵਿੱਚ ਕਰਾਏ ਗਏ ਇਸ ਪ੍ਰੋਗਰਾਮ ਦੇ ਦੌਰਾਨ DGP ਸਮੇਤ ਸਾਰੇ ਅਫਸਰ ਅਤੇ ਰਿਟਾਇਰਡ ਮੁਲਾਜ਼ਮਾਂ ਨੇ ਬੂਟੇ ਵੀ ਲਾਏ। ਕਰਮਜੀਤ ਸਿੰਘ ਵਿਰਕ, ਜ਼ੀ ਮੀਡੀਆ, ਕਰਨਾਲ। तो अगली खबर बहादुरगढ़ तो है, जिथे एक स्कूल दे विच एक महिला टीचर का टॉर्चर देखने को मिला। इत्थे 8वीं जमात के एक विद्यार्थी नूं बेरहमी नाल कुੱਟਿਆ गया, जिस करके उसनूं हस्पताल च भर्ती कराउणा पिया। ਹਸਪਤਾਲ 'ਚ ਪਹੁੰਚਿਆ ਇਹ ਵਿਦਿਆਰਥੀ ਆਪਣੀ ਹੀ ਟੀਚਰ ਦੀ ਬੇਰਹਿਮੀ ਦਾ ਸ਼ਿਕਾਰ ਹੋਇਆ ਹੈ। ਬੱਚੇ ਦਾ ਕਸੂਰ ਸਿਰਫ ਇੰਨਾ ਸੀ ਕਿ ਉਸਦੇ ਹਾਊਸ ਟੈਸਟ ਵਿੱਚ ਘੱਟ ਨੰਬਰ ਆਏ ਸਨ, ਜਿਸ ਨਾਲ ਗੁੱਸੇ ਵਿੱਚ ਆਈ ਮਹਿਲਾ ਟੀਚਰ ਨੇ ਵਿਦਿਆਰਥੀ ਦੀ ਡੰਡਿਆਂ ਦੇ ਨਾਲ ਕੁਟਾਈ ਕਰ ਦਿੱਤੀ। ਬੱਚੇ ਦੀ ਕਮਰ, ਲੱਤਾਂ ਅਤੇ ਪੈਰਾਂ ਤੇ ਕੁੱਟਮਾਰ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਨੇ।
ਵਿਦਿਆਰਥੀ ਦੇ ਮਾਤਾ-ਪਿਤਾ ਨੇ ਇਸ ਬਾਰੇ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ, ਜਿਸ ਉੱਤੇ ਕਾਰਵਾਈ ਨਹੀਂ ਹੋਈ। किस लिए पिटाई की है, क्या वजह है? मेरे टेस्ट में थोड़े से कम नंबर आ गए थे, मेरे को डंडे से पिटाई की पीछे मारा। हुआ क्या, बच्चा स्कूल में पढ़ता मान सिंह हाई स्कूल में लाइन पार जोरी नगर में, सुबह 10 बजे स्कूल में भरा, टेस्ट में खूब पिटाई करी है इसकी। ਉੱਥੇ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮੁਲਜ਼ਮ ਮਹਿਲਾ ਟੀਚਰ ਡਿਪਰੈਸ਼ਨ ਵਿੱਚ ਸੀ, ਜਿਸ ਦੀ ਵਜ੍ਹਾ ਨਾਲ ਉਸਨੇ ਵਿਦਿਆਰਥੀ ਨਾਲ ਕੁੱਟਮਾਰ ਕੀਤੀ। सर ऐसा है कि इसके लिए हम काफ़ी छानबीन कर रहे हैं और जो भी दोषी मिला उसके ऊपर आवश्यक कार्रवाई हो। ਸਕੂਲ ਪ੍ਰਸ਼ਾਸਨ ਜੋ ਮਰਜ਼ੀ ਦਲੀਲ ਦਿੰਦਾ ਰਹੇ, ਪਰ ਜਿਸ ਬੇਦਰਦੀ ਨਾਲ ਵਿਦਿਆਰਥੀ ਦੀ ਕੁਟਾਈ ਕੀਤੀ ਗਈ, ਉਸ ਨਾਲ ਮਾਤਾ-ਪਿਤਾ ਦਾ ਫਿਕਰਮੰਦ ਹੋਣਾ ਲਾਜ਼ਮੀ ਹੈ। ਸੰਜੀਤ ਖੰਨਾ, ਜ਼ੀ ਮੀਡੀਆ, ਝੱਜਰ। ਤੇ ਹੁਣ ਤੁਹਾਨੂੰ ਦਿਖਾਉਣਾ ਇੱਕ ਹੈਰਾਨ ਕਰਨ ਵਾਲੀ ਖਬਰ ਕਿ 4 ਮਹੀਨਿਆਂ ਤੱਕ ਢਿੱਡ ਵਿੱਚ 40 ਚਾਕੂਆਂ ਦੇ ਨਾਲ ਕੋਈ ਜਿਉਂਦਾ ਰਹਿ ਸਕਦਾ ਹੈ। ਇੱਕ ਸ਼ਖਸ ਦੇ ਢਿੱਡ ਵਿੱਚ 40 ਚਾਕੂ ਕਿਵੇਂ ਪਹੁੰਚ ਗਏ? ਅੰਮ੍ਰਿਤਸਰ ਦੇ ਇੱਕ ਪੁਲਿਸ ਕਾਂਸਟੇਬਲ ਦੇ ਢਿੱਡ ਵਿੱਚ 40 ਚਾਕੂ ਮਿਲਣ ਤੋਂ ਬਾਅਦ ਇਹ ਸਵਾਲ 5 ਡਾਕਟਰਾਂ ਦੀ ਟੀਮ ਨੇ ਪੁੱਛਿਆ। ਢਿੱਡ ਵਿੱਚ 40 ਚਾਕੂ ਮਿਲਣ ਦਾ ਰਾਜ਼ ਜਾਣਨ ਦੇ ਲਈ ਇਹ ਰਿਪੋਰਟ ਜ਼ਰੂਰ ਦੇਖੋ। ਡਾਕਟਰ ਦੇ ਹੱਥਾਂ ਦੇ ਵਿੱਚ ਰੱਖੇ ਇਹ 40 ਜੰਗ ਲੱਗੇ ਚਾਕੂ ਹੁਣੇ ਇੱਕ ਸ਼ਖਸ ਦੇ ਢਿੱਡ ਵਿੱਚੋਂ ਆਪਰੇਸ਼ਨ ਕਰਕੇ ਬਾਹਰ ਕੱਢੇ ਗਏ ਨੇ। ਤਕਰੀਬਨ 10 ਦਿਨ ਪਹਿਲਾਂ ਅੰਮ੍ਰਿਤਸਰ ਦੇ ਡਾਕਟਰ ਜਤਿੰਦਰ ਮਲਹੋਤਰਾ ਦੇ ਕੋਲ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਲੈ ਕੇ ਪੰਜਾਬ ਪੁਲਿਸ ਦਾ ਕਾਂਸਟੇਬਲ ਸੁਰਜੀਤ ਸਿੰਘ ਆਇਆ। ਉਸ ਨੂੰ ਚੈੱਕ ਕਰਨ ਤੋਂ ਬਾਅਦ ਡਾਕਟਰਾਂ ਨੇ ਜੋ ਦੇਖਿਆ ਉਹ ਸਮਝ ਤੋਂ ਪਰੇ ਸੀ। जैसे कैमरा अंदर डाला स्टमक के अंदर, लाइव देखा टीवी की स्क्रीन पे, तो उसमें हमें कुछ मेटालिक वस्तु दिखी। उस मेटालिक वस्तु में कुछ लकड़ी था, कुछ ब्लेड थे, कुछ ऐसी चीज़ें दिखी जो कि अनहोनी चीज़ थी, कभी किसी अद्भुत चीज़ थी जो कभी क्या हमने आज तक अपने 20 ईयर्स के कैरियर में देखी नहीं थी। ਕਾਂਸਟੇਬਲ ਸੁਰਜੀਤ ਸਿੰਘ ਦੇ ਢਿੱਡ ਦੇ ਵਿੱਚ ਡਾਕਟਰਾਂ ਨੂੰ ਕਾਲੇ ਰੰਗ ਦੀ ਅਜੀਬੋ-ਗਰੀਬ ਚੀਜ਼ ਨਜ਼ਰ ਆਈ। ਕੈਂਸਰ ਦਾ ਸ਼ੱਕ ਹੋਣ ਤੋਂ ਬਾਅਦ ਡਾਕਟਰਾਂ ਨੇ ਪਹਿਲਾਂ ਅਲਟਰਾਸਾਊਂਡ ਅਤੇ ਫਿਰ ਸਿਟੀ ਸਕੈਨ ਕਰਵਾਇਆ, ਪਰ ਪੂਰਾ ਮਾਮਲਾ ਐਂਡੋਸਕੋਪੀ ਯਾਨੀ ਪੇਟ ਦੇ ਵਿੱਚ ਕੈਮਰਾ ਪਾਉਣ ਤੋਂ ਬਾਅਦ ਸਮਝ ਵਿੱਚ ਆਇਆ। ਡਾਕਟਰਾਂ ਦੇ ਸਾਹਮਣੇ ਸਭ ਤੋਂ ਵੱਡੀ ਮੁਸ਼ਕਲ ਸੁਰਜੀਤ ਦੀ ਜਾਨ ਬਚਾਉਣ ਦੀ ਸੀ। ये डिसाइड करने के लिए ये चाकू कहाँ कहाँ बॉडी पार्ट में पड़े हुए हैं, और कोई खुले हुए हैं, कोई बंद हैं, कोई टूटे हुए हैं, कोई लकड़ी निकली हुई है, किसी की कुंडी निकली हुई है। तो इन सब चीज़ों को एक एक करके सीटी स्कैन हमने प्लान किया। इसका सीटी स्कैन कराया गया। सीटी स्कैन में हमने प्लान किया कि कहाँ कहाँ ये पड़े हुए हैं। उसके बाद एक बहुत बड़ी सर्जरी प्लान की गई जिसमें ये 5 डॉक्टर्स की टीम थी। ਢਿੱਡ ਦੇ ਵਿੱਚ 40 ਚਾਕੂ। ਮੈਡੀਕਲ ਦੇ ਇਤਿਹਾਸ ਵਿੱਚ ਅਜਿਹਾ ਕੇਸ ਪਹਿਲਾਂ ਕਦੇ ਨਹੀਂ ਸੁਣਿਆ ਗਿਆ, ਪਰ ਸੁਰਜੀਤ ਨੇ ਚਾਕੂ ਕਿਉਂ ਖਾਇਆ, ਇਸ ਦਾ ਜਵਾਬ ਮਿਲਣਾ ਅਜੇ ਬਾਕੀ ਸੀ। ਮੈਂ ਚਾਕੂ ਵੈਸੇ ਖਾ ਗਿਆ, ਮਤਲਬ ਕਹਿਣਾ ਮਤਲਬ 28 ਚਾਕੂ ਖਾਦੇ ਜੀ, ਨਿਕਲੇ 40 ਉਤਨ। पेशेंट ने हिस्ट्री दिया कि कभी कभार मैं ऐसा मुझे मेंटली ऐसी इलनेस थी कि मुझे दिल करता था कि ये नाइफ़ खाने का, तो मैंने बहुत सारे चाकू खाए हुए हैं। पेशेंट्स ने बताया कि 28 चाकू के करीब हमने खाए हुए हैं। तो ये इसे निकालने के पहले बहुत सारी इन्वेस्टिगेशन करनी पड़ती है। ਸੁਰਜੀਤ ਦੇ ਢਿੱਡ ਦੇ ਵਿੱਚ ਚਾਕੂ ਫਸੇ ਹੋਏ ਸਨ। ਕਈ ਚਾਕੂ 5 ਇੰਚ ਤੱਕ ਲੰਬੇ ਸਨ। ਤਕਰੀਬਨ 10 ਤੋਂ ਜ਼ਿਆਦਾ ਚਾਕੂ ਢਿੱਡ ਦੇ ਵਿੱਚ ਹੀ ਖੁੱਲ ਗਏ ਸਨ। ਖੁੱਲੇ ਹੋਏ ਧਾਰਦਾਰ ਚਾਕੂਆਂ ਨਾਲ ਕਿਡਨੀ, ਲੀਵਰ ਦੇ ਵਿੱਚ ਜ਼ਖਮ ਹੋਣ ਦਾ ਖਤਰਾ ਸੀ, ਪਰ ਜਾਨ ਬਚਾਉਣ ਦੇ ਲਈ ਛੇਤੀ ਤੋਂ ਛੇਤੀ ਚਾਕੂਆਂ ਨੂੰ ਬਾਹਰ ਕੱਢਣਾ ਵੀ ਜ਼ਰੂਰੀ ਸੀ। ਸੁਰਜੀਤ ਦੇ ਸਰੀਰ ਤੋਂ ਚਾਕੂ ਕੱਢਣ ਦੇ ਲਈ 5 ਡਾਕਟਰਾਂ ਦੀ ਇੱਕ ਟੀਮ ਬਣਾਈ ਗਈ। उस 5 घंटे की सर्जरी के बाद हमने ये चाकू जहाँ जहाँ भी पड़े थे वो सारे के सारे निकाले। एक हमारे पास ऐसी मशीन है जो मेटालिक स्कैन करती है। वो मेटालिक स्कैन की मशीन के साथ हमने सारा का सारा बॉडी का स्कैन किया, पेट पूरे का स्कैन किया, जिससे हमें पता चला कि हमने जितने निकाल दिए हैं पूरे के पूरे हैं। इसके बाद इसके पेट में कुछ नहीं रह गया है। ਡਾਕਟਰਾਂ ਦੇ ਮੁਤਾਬਕ ਤਕਰੀਬਨ 4 ਮਹੀਨੇ ਤੱਕ ਢਿੱਡ ਦੇ ਵਿੱਚ ਰਹਿਣ ਤੋਂ ਬਾਅਦ ਚਾਕੂਆਂ ਦੇ ਵਿੱਚ ਜੰਗ ਲੱਗ ਗਿਆ ਸੀ ਅਤੇ ਇਸ ਨਾਲ ਵੱਡਾ ਖਤਰਾ ਹੋ ਸਕਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਮਾਨਸਿਕ ਤੌਰ ਤੇ ਬਿਮਾਰ ਹੈ ਅਤੇ ਪਾਣੀ ਦੇ ਨਾਲ ਇੱਕ ਵਾਰ ਦੇ ਵਿੱਚ 4 ਤੋਂ 5 ਚਾਕੂ ਨਿਕਲ ਜਾਂਦਾ ਸੀ। 4 ਮਹੀਨੇ ਤੋਂ ਚਾਕੂ ਨਿਕਲ ਰਿਹਾ ਸੁਰਜੀਤ ਹੁਣ ਆਪਰੇਸ਼ਨ ਤੋਂ ਬਾਅਦ ਠੀਕ ਹੈ, ਪਰ ਉਸ ਦੀ ਜਾਨ ਬਚਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਰਾਜਨ ਗੋਸਾਈ, ਜ਼ੀ ਮੀਡੀਆ, ਅੰਮ੍ਰਿਤਸਰ। ਆਪਣੇ ਆਪ 'ਚ ਹੈਰਾਨ ਕਰਨ ਵਾਲੀ ਖਬਰ ਹੈ। ਅੱਗੇ ਵਧਦੇ ਹਾਂ, ਗੱਲ ਮੌਸਮ ਦੀ ਕਰਦੇ ਹਾਂ। ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦਾ ਕਹਿਰ ਲਗਾਤਾਰ ਜਾਰੀ ਹੈ। ਲੈਂਡਸਲਾਈਡ ਨਾਲ ਚੰਬਾ ਦੇ ਚਰੌੜੀ ਪੰਚਾਇਤ ਵਿੱਚ ਲੋਕ ਮੁਸ਼ਕਿਲ 'ਚ ਨੇ। ਇੱਥੇ ਜ਼ਮੀਨ ਧੱਸਣ ਨਾਲ 3 ਘਰ ਟੁੱਟ ਗਏ, ਜਿਸ ਨਾਲ ਲੋਕ ਘਰ ਛੱਡਣ ਤੇ ਮਜਬੂਰ ਨੇ।
ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਉਸ ਵੇਲੇ ਕੋਈ ਘਰ 'ਚ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ 4 ਘਰਾਂ ਵਿੱਚ ਵੱਡੀਆਂ ਤਰੇੜਾਂ ਵੀ ਪੈ ਗਈਆਂ ਨੇ। मानसून ने चंबा जिला में लोगों का जीना दुश्वार कर दिया हुआ है। चंबा जिला के चरौड़ी पंचायत में 4 से 5 मकान जो है पूरी तरह से जमींदोज हो चुके हैं। यहाँ जिस जगह में मैं खड़ा हूँ आपको बताना चाहूँगा, एक मकान है जहाँ आप साफ देख सकते हैं कितना लैंडस्लाइड हुआ है और ये मकान जो है पूरी तरह से धंस चुका है। इसके साथ साथ एक यहाँ पे आंगनबाड़ी का भवन है जिसपे भारी लैंडस्लाइड हुआ, वो दब चुका है। और इसके साथ साथ एक और मकान है यहाँ पे जिसमें दरारें पड़ चुकी हैं, वो लोग जो अपना घर छोड़ चुके हैं। इसके साथ साथ एक मकान और है यहाँ पे जहाँ लोगों ने अपना घर छोड़ दिया है और कम से कम 2 से 3 फीट दीवारों में जो है दरारें पड़ चुकी है। लोग परेशान है, लोग चाहते हैं कि सरकार उन्हें कुछ उनकी मदद करे ताकि वो अपना घर दोबारा बना सके। लोग अपना घर छोड़ चुके हैं और दूसरों घरों में रहने को मजबूर हो चुका है। मंजूर मोहम्मद, जी मीडिया, चरौड़ी। ਤਾਂ ਪਹਾੜੀ ਇਲਾਕਿਆਂ 'ਚ ਲੋਕ ਕਿਤੇ ਨਾ ਕਿਤੇ ਮੁਸੀਬਤ ਦਾ ਸਾਹਮਣਾ ਕਰਨਾ ਕਰ ਰਹੇ ਨੇ, ਪਰ ਜੇ ਜ਼ਮੀਨੀ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ ਤਾਂ ਲੋਕ ਰਾਹਤ ਮਹਿਸੂਸ ਕਰਦੇ ਨੇ। ਲੁਧਿਆਣਾ ਵਿੱਚ ਮੀਂਹ ਦੀ ਦਸਤਕ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਉੱਥੇ ਹੀ ਸੜਕਾਂ ਤਲਾਬ ਦੇ ਵਿੱਚ ਤਬਦੀਲ ਹੋ ਗਈਆਂ। ਮੀਂਹ ਦੇ ਪਾਣੀ ਵਿੱਚ ਡੁੱਬੀਆਂ ਸੜਕਾਂ ਦਾ ਇਹ ਹਾਲ ਲੁਧਿਆਣਾ ਦਾ ਹੈ, ਜਿੱਥੇ ਭੋਰਾ ਜਿਹੇ ਮੀਂਹ ਨੇ ਸਰਕਾਰ ਅਤੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ। ਸੂਬੇ ਦੇ ਡਿਪਟੀ ਸੀਐਮ ਸੜਕਾਂ ਦਾ ਜਾਲ ਵਿਛਾਉਣ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਦੇ ਨਹੀਂ ਥੱਕਦੇ, ਪਰ ਲੁਧਿਆਣਾ ਦੀਆਂ ਇਹਨਾਂ ਸੜਕਾਂ ਤੇ ਆਪਣੀ ਗੱਡੀ ਚਲਾਉਣ ਵਾਲੇ ਆਮ ਆਦਮੀ ਦੇ ਜ਼ਿਹਨ ਵਿੱਚ ਸਿਰਫ ਇੱਕ ਹੀ ਸਵਾਲ ਹੈ। ਉਹ ਪੁੱਛ ਰਿਹਾ ਹੈ ਕਿ ਇਹ ਦਿਨ ਦੇਖਣ ਦੇ ਲਈ ਉਹ ਹਾਊਸ ਟੈਕਸ ਜਮ੍ਹਾਂ ਕਰਾ ਰਹੇ ਨੇ। ਇੰਨੇ ਰੋਡ ਖਰਾਬ ਨੇ, ਇੰਨੇ ਟੈਂਪੂ ਰੇੜੇ ਟੁੱਟ ਰਹੇ ਨੇ, ਟੈਂਪੂ ਪਲਟ ਰਹੇ ਨੇ, ਇੰਨਾ ਬੁਰਾ ਹਾਲ ਹੈ ਸਾਡਾ ਰਹਿਣ ਦਾ। ਕੀ ਫਾਇਦਾ ਹੈ ਜੀ ਹਾਊਸ ਟੈਕਸ ਜਮ੍ਹਾਂ ਕਰਾਉਣ ਦਾ, ਗਵਰਨਮੈਂਟ ਨੂੰ ਪੈਸੇ ਦੇਣ ਦਾ। ਸਾਡੇ ਇੰਡਸਟਰੀ ਸਟੇਟ ਦੇ ਕੋਲ ਮੈਟਰੋ ਰੋਡ ਐਂਡ ਇੰਡਸਟਰੀ ਸਟੇਟ ਦਾ ਬਹੁਤ ਬੁਰੀ ਹਾਲਤ ਹੈ। ਪਾਣੀ ਬਹੁਤ ਭਰ ਜਾਂਦਾ ਵਾ। ਅੱਜ ਜਰਾ ਕੇ ਮੀਂਹ ਪਿਆ ਵਾ ਤੇ ਇੱਥੇ ਇੰਨੇ ਖੱਡੇ ਹੋ ਗਏ ਨੇ ਤੇ ਖੱਡਿਆਂ ਦਾ ਸੁਧਾਰ ਕੀਤਾ ਜਾਵੇ, ਪਾਣੀ ਦੀ ਨਿਕਾਸੀ ਦਾ ਸੁਧਾਰ ਕੀਤਾ ਜਾਵੇ। ਦਰਅਸਲ ਸੀਵਰੇਜ ਸਿਸਟਮ ਦੇ ਮਜ਼ਬੂਤ ਨਹੀਂ ਹੋਣ ਦੀ ਵਜ੍ਹਾ ਨਾਲ ਮੀਂਹ 'ਚ ਸੜਕਾਂ ਤੇ ਪਾਣੀ ਖੜਾ ਹੋ ਜਾਂਦਾ ਹੈ, ਜਿਸ ਨਾਲ ਸੜਕ ਤੇ ਵੱਡੇ ਖੱਡੇ ਹੋ ਜਾਂਦੇ ਨੇ। ਜਦੋਂ ਕਿ ਲੁਧਿਆਣਾ ਦੇ ਮੇਅਰ ਮਹਿਜ਼ ਕੁਝ ਥਾਵਾਂ ਉੱਤੇ ਘਾਟ ਹੋਣ ਦੀ ਗੱਲ ਕਹਿ ਕੇ ਉਸ ਨੂੰ ਦੂਰ ਕਰਨ ਦਾ ਦਾਅਵਾ ਕਰ ਰਹੇ ਨੇ। ਬਰਸਾਤ ਦੇ ਮੌਸਮ ਦੇ ਵਿੱਚ ਵਾਟਰ ਲੌਗਿੰਗ ਦੀ ਸ਼ਹਿਰ 'ਚ ਕਾਫੀ ਪ੍ਰੋਬਲਮ ਮੇਰੇ ਵੀ ਧਿਆਨ 'ਚ ਆਉਂਦੀ ਹੈ, ਕਿਉਂਕਿ ਹਾਲੇ ਤੱਕ ਅਸੀਂ ਆਪਣੇ ਸਾਧਨਾਂ ਨਾਲ ਸਿਰਫ 12-13% ਸ਼ਹਿਰ ਦੇ ਇਲਾਕੇ ਵਿੱਚ ਹੀ ਸਟਾਰਮ ਸੀਵਰ ਪਾ ਸਕੇ ਹਾਂ। ਬਾਕੀ ਸਾਰੇ ਸ਼ਹਿਰ ਦੇ ਵਿੱਚ ਹਾਲੇ ਸਟਾਰਮ ਵਾਟਰ ਸੀਵਰ ਦੀ ਵਿਵਸਥਾ ਕਰਨਾ ਬਾਕੀ ਹੈ। ਮੇਅਰ ਸਾਹਿਬ ਜੋ ਮਰਜ਼ੀ ਕਹਿਣ, ਪਰ ਸੜਕਾਂ ਤੇ ਭਰਿਆ ਪਾਣੀ ਅਤੇ ਖੱਡਿਆਂ ਦਾ ਸੱਚ ਬਿਆਨ ਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡ ਰਿਹਾ। ਬਿਊਰੋ ਰਿਪੋਰਟ, ਜ਼ੀ ਮੀਡੀਆ, ਲੁਧਿਆਣਾ। ਤੇ ਹੁਣ ਗੱਲ ਸਿਰਸਾ ਵਿੱਚ ਸ਼ੁਰੂ ਹੋਣ ਜਾ ਰਹੀ ਤਿਰੰਗਾ ਰੁਮਾਲ ਛੂ ਲੀਗ ਦੀ। ਇਸ ਲੀਗ ਦਾ ਪ੍ਰਬੰਧਨ ਡੇਰਾ ਸੱਚਾ ਸੌਦਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਲੀਗ ਦੀ ਜੇਤੂ ਟੀਮ ਨੂੰ 50 ਲੱਖ ਅਤੇ ਉਪ ਜੇਤੂ ਟੀਮ ਨੂੰ 30 ਲੱਖ ਰੁਪਏ ਇਨਾਮ ਦੇ ਤੌਰ ਤੇ ਦਿੱਤੇ ਜਾਣਗੇ। ਅੱਜ ਤੋਂ ਸਿਰਸਾ ਦੇ ਡੇਰਾ ਸੱਚਾ ਸੌਦਾ ਵਿੱਚ 50 ਲੱਖ ਦੀ ਇਨਾਮੀ ਤਿਰੰਗਾ ਰੁਮਾਲ ਛੂ ਲੀਗ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਹ ਲੀਗ 22 ਅਗਸਤ ਤੋਂ 28 ਅਗਸਤ ਤੱਕ ਚੱਲੇਗੀ। ਟੂਰਨਾਮੈਂਟ ਵਿੱਚ ਭਾਗ ਲੈਣ ਦੇ ਲਈ 8 ਟੀਮਾਂ ਬਣਾਈਆਂ ਗਈਆਂ ਨੇ, ਜਿਸ ਵਿੱਚ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਖਿਡਾਰੀ ਹਿੱਸਾ ਲੈਣਗੇ। ਲੀਗ ਦੇ ਉਦਘਾਟਨ ਦੇ ਮੌਕੇ ਤੇ ਅੱਜ ਕਈ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਰੋਜ਼ਾਨਾ 2 ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ ਰਾਤ 8:30 ਵਜੇ ਤੋਂ 10 ਵਜੇ ਤੱਕ ਕਰਵਾਏ ਜਾਣਗੇ। ਡੇਰਾ ਪ੍ਰਮੁੱਖ ਨੇ ਦਾਅਵਾ ਕੀਤਾ ਹੈ ਕਿ ਇਹ इंटरनेशनल लेवल का टूर्नामेंट है। ये एक ऐसा टूर्नामेंट है जिसमें बच्चों को हम निकालना चाहते हैं और फिर उन्हीं बच्चों में से कुछ और गेमों में लगा के हमारी दिली इच्छा है कि वो बच्चे माँ बाप का नहीं देश का भी नाम रोशन करें कि ओलंपिक में या एशियाड में कोई मेडल जीत के लाएं। मुकाबले में विजेता टीम ਨੂੰ 50 ਲੱਖ ਤੇ ਫਸਟ ਰਨਰ ਅਪ ਨੂੰ 30 ਲੱਖ ਰੁਪਏ ਇਨਾਮ ਦੇ ਤੌਰ ਤੇ ਦਿੱਤੇ ਜਾਣਗੇ। ਮੈਨ ਆਫ ਦ ਮੈਚ ਨੂੰ ਇਲੈਕਟ੍ਰਿਕ ਬਾਈਕ ਦਿੱਤੀ ਜਾਵੇਗੀ, ਜਦਕਿ ਟੂਰਨਾਮੈਂਟ ਆਫ ਦ ਪਲੇਅਰ ਨੂੰ ਇਨਾਮ ਵਿੱਚ ਕਾਰ ਦਿੱਤੀ ਜਾਵੇਗੀ। ਡੇਰਾ ਪ੍ਰਮੁੱਖ ਮੁਤਾਬਕ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਲਏ ਜਾਣਗੇ। ਮੁਕਾਬਲੇ ਦੌਰਾਨ ਕੈਮਰਿਆਂ ਰਾਹੀਂ ਖਿਡਾਰੀਆਂ ਦੀ ਨਿਗਰਾਨੀ ਹੋਵੇਗੀ। ਹਰ ਕਮਰੇ ਵਿੱਚ ਕੈਮਰੇ ਲੱਗੇ ਹੋਣਗੇ। ਮੁਕਾਬਲੇ ਕਈ ਟੀਵੀ ਚੈਨਲਾਂ ਤੇ ਪ੍ਰਸਾਰਿਤ ਹੋਣਗੇ। डेरा प्रमुख ने इस लीग का एंथम गीत भी रिलीज किया है। हट पिछे चल पिछे गीत नूं डेरा प्रमुख ने अपनी आवाज दी है। इस एंथम का वीडियो भी यूट्यूब ते लॉन्च किया गया है। विजय कुमार, जी मीडिया, सिरसा।
ਹੁਣ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੀ, ਜੋ ਕਿ ਅੱਜਕੱਲ ਕਮਿਊਨੀਕੇਸ਼ਨ ਦਾ ਇੱਕ ਵੱਡਾ ਸਾਧਨ ਹੈ। ਪਰ ਕੀ WhatsApp ਤੇ ਤਲਾਕ ਦਿੱਤਾ ਜਾ ਸਕਦਾ ਹੈ? यूपी ਦੇ ਸਿਧਾਰਥ ਨਗਰ ਤੋਂ WhatsApp ਤੇ ਤਲਾਕ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਸੁਣਨ 'ਚ ਬੇहद ਅਜੀਬ ਹੈ, ਪਰ ਅਜਿਹਾ ਹੋਇਆ ਹੈ ਅਤੇ ਇਸ ਨੂੰ ਲੈ ਕੇ ਚਰਚਾ ਵੀ ਛਿੜ ਗਈ ਹੈ। ਤਸਵੀਰ ਵਿੱਚ ਸਾਫ਼ ਦਿਖ ਰਿਹਾ ਹੈ ਫਰੀਦ ਅਹਿਮਦ ਅਤੇ ਤਸਨੀਮ ਦਾ ਨਿਕਾਹ 5 ਸਾਲ ਪਹਿਲਾਂ ਹੋਇਆ ਸੀ। ਤਸਨੀਮ ਦੇ ਪਰਿਵਾਰ ਦੇ ਮੁਤਾਬਕ ਵਿਆਹ ਤੋਂ ਬਾਅਦ ਤੋਂ ਹੀ ਉਸ ਉੱਤੇ ਦਹੇਜ ਲਿਆਉਣ ਦਾ ਦਬਾਅ ਬਣਾਇਆ ਜਾ ਰਿਹਾ ਸੀ। ਤਸਨੀਮ ਦੇ ਨਾਲ ਸਹੁਰੇ ਵਾਲਿਆਂ ਨੇ ਕੁੱਟਮਾਰ ਵੀ ਕੀਤੀ। ਤਸਨੀਮ ਨੂੰ ਇੱਥੇ ਹੀ ਛੱਡ ਕੇ ਫਰੀਦ ਸਾਊਦੀ ਅਰਬ ਦੇ ਵਿੱਚ ਜਾ ਕੇ ਬਸ ਗਿਆ ਅਤੇ WhatsApp ਉੱਤੇ ਤਲਾਕ ਭੇਜ ਦਿੱਤਾ। WhatsApp ਤੇ ਤਲਾਕ ਭੇਜਣ ਵਾਲਾ ਫਰੀਦ ਅਹਿਮਦ ਸਾਊਦੀ ਅਰਬ ਦੀ ਯੂਨੀਵਰਸਿਟੀ ਵਿੱਚ ਲੈਕਚਰਰ ਹੈ। ਤਸਨੀਮ ਨੂੰ ਇੱਕ ਅਪਾਹਜ ਬੇਟਾ ਅਤੇ ਇੱਕ ਬੇਟੀ ਹੈ। कोई शख्स बगैर किसी कसूर के तलाक देता है तो गुनहगार होगा, लेकिन अगर बख्शपाप से दे देता है तो लिख के देता है तो 3 तलाक दे या 4 या 5, एक ही तलाक होगा शरअन। अल्लाह तबारक व तआला ने फरमाया है कि अत-तलाक़ मर्रतान, तलाक किसी को अगर दी जाएगी तो 3 मरतबे में देना चाहिए, एक तुहुर में, फिर जब इद्दत खत्म हो जाए तो दूसरे में, फिर तीसरे में। ਵਿਦੇਸ਼ ਜਾਣ ਤੋਂ ਬਾਅਦ ਫਰੀਦ ਕਈ ਵਾਰ ਦੇਸ਼ ਪਰਤਿਆ ਅਤੇ ਫਿਰ ਚਲਾ ਗਿਆ। ਬਿਊਰੋ ਰਿਪੋਰਟ ਜ਼ੀ ਮੀਡੀਆ। ਤੇ ਹੁਣ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਤੇ ਹੀ ਵਾਇਰਲ ਹੋਈ ਇੱਕ ਤਸਵੀਰ ਦੀ, ਤੇ ਇਹ ਗੱਲ ਕਰਾਂਗੇ ਅੱਜ ਦੀ ਮਦਰ ਇੰਡੀਆ ਦੀ। ਪੁਣੇ ਵਿੱਚ ਬੈਂਕ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਮੁਲਾਜ਼ਮ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਹ ਤਸਵੀਰ ਖੁਦ ਉਸ ਮਹਿਲਾ ਨੇ ਫੇਸਬੁੱਕ ਤੇ ਪਾਈ ਹੈ ਅਤੇ ਇਸ ਤਸਵੀਰ ਦੇ ਨਾਲ ਉਸ ਮਹਿਲਾ ਮੁਲਾਜ਼ਮ ਨੇ ਦੇਸ਼ ਦੇ ਨੇਤਾਵਾਂ ਦੇ ਨਾਮ ਇੱਕ ਸੁਨੇਹਾ ਵੀ ਲਿਖਿਆ ਹੈ। ਇਹ ਸੁਨੇਹੇ ਨੂੰ ਪੜ੍ਹਨ ਤੋਂ ਬਾਅਦ ਲੋਕ ਉਹਨਾਂ ਨੂੰ ਮਦਰ ਇੰਡੀਆ ਕਹਿ ਰਹੇ ਨੇ। ਇਸ ਫੋਟੋ ਨੂੰ ਗੌਰ ਨਾਲ ਵੇਖੋ। ਇੱਕ ਬੈਂਕ ਦੇ ਦਫ਼ਤਰ ਦੇ ਵਿੱਚ ਇੱਕ ਮਹਿਲਾ ਮੁਲਾਜ਼ਮ ਕੰਮ ਕਰ ਰਹੀ ਹੈ। ਉਸ ਦੀ ਚੇਅਰ ਦੇ ਪਿੱਛੇ ਇੱਕ ਬੱਚਾ ਜ਼ਮੀਨ ਉੱਤੇ ਲੇਟਿਆ ਹੋਇਆ ਹੈ। ਸਿਰ ਦੇ ਹੇਠਾਂ ਸਰਾਣਾ ਹੈ ਅਤੇ ਬੱਚਾ ਬੋਤਲ ਦੇ ਨਾਲ ਦੁੱਧ ਪੀ ਰਿਹਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਬੈਂਕ ਦੇ ਦਫ਼ਤਰ ਦੇ ਵਿੱਚ ਇਹ ਬੱਚਾ ਕੌਣ ਹੈ ਅਤੇ ਜ਼ਮੀਨ ਉੱਤੇ ਕਿਉਂ ਲੇਟਿਆ ਹੋਇਆ ਹੈ। ਅਸਲ ਵਿੱਚ ਇਹ ਬੱਚਾ ਇਸ ਮਹਿਲਾ ਦਾ ਬੇਟਾ ਹੈ। ਇਸ ਨੂੰ ਤੇਜ਼ ਬੁਖਾਰ ਹੈ। ਦਫ਼ਤਰ ਵਿੱਚ ਕੰਮ ਬਹੁਤ ਜ਼ਰੂਰੀ ਸੀ। ਕਈ ਲੋਨ ਦੇ ਐਪਲੀਕੇਸ਼ਨ ਪੈਂਡਿੰਗ ਸਨ, ਇਸ ਲਈ ਇਹ ਮਹਿਲਾ ਦਫ਼ਤਰ ਤੋਂ ਛੁੱਟੀ ਨਹੀਂ ਲੈ ਸਕਦੀ ਸੀ ਅਤੇ ਬਿਮਾਰ ਬੇਟਾ ਮਾਂ ਦੇ ਬਿਨਾਂ ਕਿਸੇ ਹੋਰ ਦੇ ਨਾਲ ਨਹੀਂ ਰਹਿ ਸਕਦਾ ਸੀ। ਇਸ ਲਈ ਇਹ ਮਹਿਲਾ ਮੁਲਾਜ਼ਮ ਆਪਣੇ ਬੇਟੇ ਨੂੰ ਦਫ਼ਤਰ ਲੈ ਆਈ, ਕੰਮ ਵੀ ਕਰ ਰਹੀ ਹੈ ਅਤੇ ਬਿਮਾਰ ਬੇਟੇ ਦੀ ਖਿਦਮਤ ਵੀ। ਮਹਿਲਾ ਮੁਲਾਜ਼ਮ ਦਾ ਨਾਮ ਸਵਾਤੀ ਚਿਤਲਕਰ ਹੈ। ਪੁਣੇ ਦੇ ਸਿੰਡੀਕੇਟ ਬੈਂਕ ਵਿੱਚ ਕੰਮ ਕਰਦੀ ਹੈ। ਸਵਾਤੀ ਨੇ 16 ਅਗਸਤ ਨੂੰ ਇਹ ਤਸਵੀਰ ਆਪਣੇ ਫੇਸਬੁੱਕ ਅਕਾਊਂਟ ਉੱਤੇ ਪੋਸਟ ਕੀਤੀ ਹੈ। ਸਵਾਤੀ ਨੇ ਪਾਰਲੀਮੈਂਟ ਵਿੱਚ ਸੌਣ ਵਾਲੇ ਮੰਤਰੀਆਂ ਅਤੇ ਆਗੂਆਂ ਨੂੰ ਸੁਨੇਹਾ ਦੇਣ ਦੇ ਲਈ ਇਹ ਤਸਵੀਰ ਪੋਸਟ ਕੀਤੀ ਹੈ। ਇਸ ਫੋਟੋ ਦੇ ਨਾਲ ਸਵਾਤੀ ਨੇ ਫੇਸਬੁੱਕ ਪੋਸਟ ਉੱਤੇ ਲਿਖਿਆ ਕਿ ਇਹ ਮੇਰਾ ਦਿਲ ਫਲੋਰ ਉੱਤੇ ਪਿਆ ਹੋਇਆ ਹੈ। ਇਹ ਬੁਰੀ ਤਰ੍ਹਾਂ ਨਾਲ ਬਿਮਾਰ ਹੈ ਅਤੇ ਕਿਸੇ ਹੋਰ ਦੇ ਨਾਲ ਨਹੀਂ ਰਹਿ ਸਕਦਾ। ਅੱਧਾ ਦਿਨ ਬੀਤ ਗਿਆ ਅਤੇ ਇਸ ਵਿਚਾਲੇ ਮੈਂ ਛੁੱਟੀ ਨਹੀਂ ਲੈ ਸਕਦੀ। ਲੋਨ ਦੇ ਲਈ ਕਈ ਅਰਜੈਂਟ ਮਾਮਲੇ ਪੈਂਡਿੰਗ ਪਏ ਹੋਏ ਨੇ। मैंने अपनी दोनों ड्यूटी ਨੂੰ ਸਹੀ ਢੰਗ ਦੇ ਨਾਲ ਨਿਭਾਉਣ ਦੇ ਲਈ ਆਪਣੇ ਮਾਈਂਡ ਨੂੰ ਮੇਕਅਪ ਕਰ ਲਿਆ ਹੈ। ਇਸ ਫੋਟੋ ਦੇ ਨਾਲ ਮੈਂ ਉਹਨਾਂ ਮੰਤਰੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਜੋ ਅਸੈਂਬਲੀ ਵਿੱਚ ਸੌਂਦੇ ਰਹਿੰਦੇ ਨੇ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕੀ ਹੈ। ਸਵਾਤੀ ਦੇ ਇਸ ਪੋਸਟ ਨੂੰ ਬਾਅਦ ਵਿੱਚ ਉਹਨਾਂ ਆਗੂਆਂ ਦੀ ਆਲੋਚਨਾ ਹੋ ਰਹੀ ਹੈ ਜੋ ਪਾਰਲੀਮੈਂਟ ਵਿੱਚ ਸੌਂਦੇ ਨਜ਼ਰ ਆਉਂਦੇ ਨੇ। ਇਸ ਪੋਸਟ ਤੋਂ ਬਾਅਦ ਸਵਾਤੀ ਨੂੰ ਮਦਰ ਇੰਡੀਆ ਦੇ ਨਾਮ ਨਾਲ ਬੁਲਾਇਆ ਜਾ ਰਿਹਾ ਹੈ ਅਤੇ ਉਹਨਾਂ ਦੀ ਹਿੰਮਤ ਨੂੰ ਸਲਾਮ ਕੀਤਾ ਜਾ ਰਿਹਾ ਹੈ ਕਿ ਦੇਸ਼ ਦੇ ਆਗੂ ਸਵਾਤੀ ਤੋਂ ਸਿੱਖਣਗੇ। ਬਿਊਰੋ ਰਿਪੋਰਟ ਜ਼ੀ ਮੀਡੀਆ। ਤੇ ਹੁਣ ਦੇਖੋ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਦੇ ਮੌਸਮ ਦੀ ਜਾਣਕਾਰੀ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ।